Good morning, students. Our next chapter is third chapter, multiple points. जिस ਦੇ ਵਿੱਚ देखो फस्ट अपना आर्टिकल है सिंगुलर पॉइंट। ठीक है, सिंगुलर पॉइंट की ਹੁੰਦਾ भी एक पॉइंट जिस ਦੇ ਵਿੱਚੋਂ ਦੀ ਕਰਵ ਪਾਸ ਹੋ ਰਿਹਾ। ठीक है, कोई एक पॉइंट है ਉਸ ਦੇ ਵਿੱਚੋਂ ਦੀ ਇੱਕ ਕਰਵ ਦੀ ਇਕੁਏਸ਼ਨ ਜਦੋਂ ਇੱਕ ਕਰਵ ਦੀ ਇਕੁਏਸ਼ਨ ਗਿਵਨ ਹੁੰਦੀ ਆਪਾਂ ਨੂੰ ਉਸ ਦੇ ਵਿੱਚ ਵੈਲਿਊਜ਼ ਪੁੱਟ ਕਰਦੇ ਹਾਂ। ਠੀਕ ਹੈ, ਤੇ ਉਸ ਪੁਆਇੰਟ ਦੇ ਉੱਪਰ ਇਸ ਕਰਵ ਦਾ ਬਿਹੇਵ ਐਕਸਟਰਾ ਆਰਡੀਨਰੀ ਮੈਨਰ ਦੇ ਅਕੋਰਡਿੰਗ ਹੋਏ ਤਾਂ ਉਸ ਪੁਆਇੰਟ ਨੂੰ ਆਪਾਂ ਕਹਿੰਦੇ ਹਾਂ ਸਿੰਗੂਲਰ ਪੁਆਇੰਟ। ਸਿੰਗੂਲਰ ਪੁਆਇੰਟ ਦੇ ਦੋ ਟਾਈਪਸ ਨੇ, ਪੁਆਇੰਟ ਆਫ ਇਨਫਲੈਕਸ਼ਨ ਐਂਡ ਮਲਟੀਪਲ ਪੁਆਇੰਟਸ। ਮਲਟੀਪਲ ਪੁਆਇੰਟਸ ਕੀ ਹੁੰਦੇ ਨੇ, ਕਹਿੰਦੇ ਇੱਕ ਕਰਵ ਇੱਕ ਪੁਆਇੰਟ ਇੱਕ ਕੋਈ ਪੁਆਇੰਟ ਹੈਗਾ ਉਸ ਦੇ ਵਿੱਚੋਂ ਦੀ ਕਰਵ ਮੋਰ ਦੈਨ ਵਨ ਟਾਈਮ ਪਾਸ ਕਰੇ ਦੈਨ ਉਸ ਪੁਆਇੰਟ ਨੂੰ ਆਪਾਂ ਕਹਾਂਗੇ ਮਲਟੀਪਲ ਪੁਆਇੰਟ। ਡਬਲ ਪੁਆਇੰਟ ਇੱਕ ਪੁਆਇੰਟ ਆਪਣਾ ਕਰਵ ਥਰੂ ਵਿੱਚ ਟੂ ਬ੍ਰਾਂਚਿਸ ਇੱਕ ਕਰਵ ਦੀਆਂ ਦੋ ਬ੍ਰਾਂਚਿਸ ਪਾਸ ਹੋਣ ਤਾਂ ਉਸ ਨੂੰ ਕਹਾਂਗੇ ਆਪਾਂ ਡਬਲ ਪੁਆਇੰਟ। ਡਬਲ ਪੁਆਇੰਟ ਦੇ ਆ ਆਪਣੇ ਕੋਲੇ ਟਾਈਪਸ ਨੇ। ਫਸਟ ਆ ਨੋਡ। ਨੋਡ ਦੇਖੋ ਹੁਣ ਆਪਣੇ ਕੋਲੇ ਇੱਕ ਇਹ ਪੁਆਇੰਟ ਆ, ਇਸ ਦੇ ਵਿੱਚੋਂ ਦੀ ਕਰਵ ਇੱਕ ਟੂ ਟਾਈਮ ਪਾਸ ਹੋਇਆ। then a node is a point on the curve through which has two real branches of the curve and two tangent। ਇੱਕ ਆਪਣੇ ਕਰਵ ਦੀ ਦੇਖੋ ਆਪਣੇ ਕੋਲ ਇੱਕ ਐਵੇਂ ਕਰਵ ਸੀ, ਇਸ ਦੀ ਟੈਂਜੈਂਟ ਇਸ ਤੋਂ ਬਾਅਦ ਇੱਕ ਐਵੇਂ ਜਾ ਰਿਹਾ ਤਾਂ ਇਸ ਦੀ ਟੈਂਜੈਂਟ, ਦੋ ਟੈਂਜੈਂਟਸ ਐਟ ਰੀਅਲ ਹੋਣ ਐਂਡ ਡਿਸਟਿੰਕਟ ਹੋਣ ਤਾਂ ਉਸ ਪੁਆਇੰਟ ਨੂੰ ਪੀ ਆਪਣਾ ਕੀ ਹੋਏਗਾ, ਨੋਡ ਕਹਾਂਗੇ। ਉਸ ਪੁਆਇੰਟ ਨੂੰ ਦਾ ਨੇਮ ਨੋਡ ਹੋਏਗਾ। ਕਸਪ ਇੱਕ ਡਬਲ ਪੁਆਇੰਟ ਦੇਖੋ ਹੁਣ ਇੱਥੋਂ ਵੀ ਆਪਣੇ ਕੋਲ ਇੱਕੋ ਹੀ ਪੁਆਇੰਟ ਹੈ, ਇੱਕ ਕਰਵ ਐਵੇਂ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਐਵੇਂ ਪਾਸ ਹੋ ਰਿਹਾ। ਅ ਡਬਲ ਪੁਆਇੰਟ ਔਨ ਦਾ ਕਰਵ ਥਰੂ ਵਿੱਚ ਟੂ ਰੀਅਲ ਬ੍ਰਾਂਚਿਸ ਆਫ ਦਾ ਕਰਵ ਪਾਸ ਐਂਡ ਟੈਂਜੈਂਟ ਆਪਣੇ ਕੋਲੇ ਵਨ ਹੀ ਡਰੋ ਹੋ ਰਹੀ ਆ ਤੇ ਠੀਕ ਹੈ ਤਾਂ ਉਸ ਨੂੰ ਕਹਾਂਗੇ ਆਪਾਂ ਕਸਪ। ਕੰਜੂਗੇਟ ਪੁਆਇੰਟ ਕੀ ਹੁੰਦਾ ਹੈਗਾ, ਮਤਲਬ ਕੋਈ ਰੀਅਲ ਪੁਆਇੰਟ, ਰੀਅਲ ਦਾ ਉਲਟਾ ਹੈ ਨਾ, ਰੀਅਲ ਆਪਣੇ ਪੁਆਇੰਟ ਹੁੰਦੇ ਨੇ 1 2, ਕੰਜੂਗੇਟ ਪੁਆਇੰਟ ਹੁੰਦੇ ਨੇ 1 ਮਾਈਨਸ ਆਈਟਾ 2। ਤਾਂ ਉਸ ਦੇ ਅਕੋਰਡਿੰਗ ਹੀ ਕੰਜੂ ਪੁਆਇੰਟ ਮੀਨਸ ਅ ਕੰਜੂਗੇਟ ਪੁਆਇੰਟ ਔਨ ਅ ਕਰਵ ਇੱਕ ਪੁਆਇੰਟ ਹੋਏਗਾ ਇਨ ਦਾ ਨੇਬਰਹੁੱਡ, ਮਤਲਬ ਇੱਕ ਇਹ ਪੁਆਇੰਟ ਆ ਰਾ। ਠੀਕ ਹੈ, ਇਹ ਇੱਕ ਕਰਵ ਦੇ ਨੇਬਰਹੁੱਡ ਪੁਆਇੰਟ ਹੈ ਤੇ ਇਸ ਦੇ ਨਾਲ ਕੋਈ ਵੀ ਰੀਅਲ ਪੁਆਇੰਟ ਐਗਜ਼ਿਸਟ ਨਹੀਂ ਕਰ ਰਿਹਾ ਹੈਗਾ ਤਾਂ ਉਸ ਪੁਆਇੰਟ ਨੂੰ ਆਪਾਂ ਕਹਾਂਗੇ ਕੰਜੂਗੇਟ ਪੁਆਇੰਟ। ਠੀਕ ਹੈ, ਨੈਕਸਟ ਆਪਣੇ ਕੋਲ ਆਰਟੀਕਲ 3 ਹੈ ਵਰਕਿੰਗ ਰੂਲ ਫॉर ਫਾਈਂਡਿੰਗ ਦਾ ਨੇਚਰ ਆਫ ਰੀਜ਼ਨ ਵਿਚ ਇਜ਼ ਡਬਲ ਪੁਆਇੰਟ। ਡਬਲ ਪੁਆਇੰਟ ਕੀ ਸੀਗਾ ਆਪਣੇ ਕੋਲੇ ਇਸ ਅਕੋਰਡਿੰਗ। ਠੀਕ ਹੈ, ਦੋ ਬ੍ਰਾਂਚਿਸ ਪਾਸ ਹੋਣਗੀਆਂ ਤਾਂ ਉਸ ਨੂੰ ਆਪਾਂ ਦੇਖਣਾ ਵੀ ਉਸਦਾ ਨੇਚਰ ਕੀ ਹੋਏਗਾ। ਕਹਿੰਦੇ ਇਫ ਟੂ ਟੈਂਜੈਂਟ ਆਰ ਇਮੇਜਨਰੀ, ਅਗਰ ਦੋਨੋਂ ਟੈਂਜੈਂਟ ਇਮੇਜਨਰੀ ਹੋਣਗੀਆਂ ਦੈਨ ਓਰੀਜਨ ਨੂੰ ਆਪਾਂ ਕੰਜੂਗੇਟ ਪੁਆਇੰਟ ਕਹਾਂਗੇ। ਅਗਰ ਦੋਨੋਂ ਟੈਂਜੈਂਟ ਰੀਅਲ ਹੋਣਗੇ ਐਂਡ ਅਲੱਗ-ਅਲੱਗ ਹੋਣਗੇ ਦੈਨ ਓਰੀਜਨ ਨੂੰ ਆਪਾਂ ਕਸਪ ਕਹਾਂਗੇ ਔਰ ਕੰਜੂਗੇਟ ਪੁਆਇੰਟ। ਠੀਕ ਹੈ, ਇਫ ਟੂ ਟੈਂਜੈਂਟ ਆਰ ਰੀਅਲ ਐਂਡ ਡਿਸਟਿੰਕਟ ਹੋਣਗੇ ਅਲੱਗ-ਅਲੱਗ ਹੋਣਗੇ, ਕੋਇਨਸੀਡੈਂਟ ਮੀਨਸ ਸੇਮ ਹੋਣਗੀਆਂ, ਡਿਸਟਿੰਕਟ ਮੀਨਸ ਅਲੱਗ-ਅਲੱਗ ਹੋਣਗੇ ਦੈਨ ਓਰੀਜਨ ਨੂੰ ਆਪਾਂ ਕੀ ਕਹਾਂਗੇ, ਨੋਡ ਕਹਾਂਗੇ। ਠੀਕ ਹੈ, ਜਾਂ ਕੰਜੂਗੇਟ ਨੋਡ ਪੁਆਇੰਟ। ਨੈਕਸਟ ਆਪਾਂ ਨੂੰ ਇੱਕ ਕਰਵ ਗਿਵਨ ਹੋਏਗਾ, ਅਗਰ ਉਸ ਦੀ ਆਪਾਂ ਨੇ ਪੋਜੀਸ਼ਨ ਫਾਈਂਡ ਕਰਨੀ ਹੋਇਆ ਕਰੇਗੀ ਤਾਂ ਆਪਾਂ ਕੀ ਕਰਿਆ ਕਰਾਂਗੇ, ਐਫ ਦਾ ਐਕਸ ਰਿਸਪੈਕਟ ਡੈਰੀਵੇਟਿਵ, ਵਾਈ ਰਿਸਪੈਕਟ ਡੈਰੀਵੇਟਿਵ, ਡਬਲ ਡੈਰੀਵੇਟਿਵ ਵਿਦ ਰਿਸਪੈਕਟ ਟੂ ਐਕਸ, ਡਬਲ ਡੈਰੀਵੇਟਿਵ ਵਿਦ ਰਿਸਪੈਕਟ ਟੂ ਵਾਈ ਐਂਡ ਡਬਲ ਡੈਰੀਵੇਟਿਵ ਵਿਦ ਰਿਸਪੈਕਟ ਟੂ ਕਰਲੀ ਐਕਸ ਇੰਟੂ ਕਰਲੀ ਵਾਈ। ਫਿਰ ਉਸ ਤੋਂ ਬਾਅਦ ਕੀ ਕਰਿਆ ਕਰਾਂਗੇ, ਐਫ ਐਕਸ ਡੈਰੀਵੇਟਿਵ ਨੂੰ ਆਪਾਂ 0 ਦੀ ਇਕੁਏਟ ਰੱਖਿਆ ਕਰਾਂਗੇ ਐਂਡ ਵਾਈ ਨੂੰ। ਇਸ ਨਾਲ ਆਪਣੇ ਕੋਲ ਐਕਸ ਵਾਈ ਦੀ ਵੈਲਿਊਜ਼ ਆ ਜਾਇਆ ਕਰਨਗੇ, ਮਤਲਬ ਪੋਸੀਬਲ ਪੁਆਇੰਟਸ ਆਪਣੇ ਕੋਲ ਆ ਜਾਇਆ ਕਰਨਗੇ। ਠੀਕ ਹੈ, ਰਿਜੈਕਟ ਦੂਜ ਪੁਆਇੰਟ, ਆਪਾਂ ਉਹਨਾਂ ਪੁਆਇੰਟਸ ਨੂੰ ਰਿਜੈਕਟ ਕਰਾਂਗੇ ਜਿਸ ਦੇ ਵਿੱਚ ਇਕੁਏਸ਼ਨ ਆਪਣੀ ਫੰਕਸ਼ਨ ਨੂੰ ਸੈਟਿਸਫਾਈ ਨਹੀਂ ਕਰੇਗੀ। ਠੀਕ ਹੈ, ਜਿਹੜੇ ਰਹਿ ਗਏ ਨੈਕਸਟ ਪੁਆਇੰਟ ਉਹ ਆਪਣੇ ਡਬਲ ਪੁਆਇੰਟਸ ਹੋਣਗੇ। ਥਰਡ ਸਟੈਪ ਕੀ ਹੋਏਗਾ, ਐਟ ਈਚ ਡਬਲ ਪੁਆਇੰਟ ਕੈਲਕੂਲੇਟ ਕਰਾਂਗੇ ਆਪਾਂ, ਡੀ ਦੀ ਫਾਰਮੂਲਾ ਹੋਏਗਾ ਤੇ ਇਫ ਅਗਰ ਡੀ ਦੀ ਵੈਲਿਊ ਪੋਜ਼ਿਟਿਵ ਆ ਰਹੀ ਹੈ ਤਾਂ ਡਬਲ ਪੁਆਇੰਟ ਨੋਡ ਹੋਏਗਾ, ਅਗਰ 0 ਆ ਰਹੀ ਹੈ ਤਾਂ ਉਹ ਕਸਪ ਹੋਏਗਾ। ਠੀਕ ਹੈ, ਅਗਰ ਨੈਗੇਟਿਵ ਆ ਰਹੀ ਹੈ ਦੈਨ ਉਹਨੂੰ ਕੰਜੂਗੇਟ ਪੁਆਇੰਟ ਕਿਹਾ ਕਰਾਂਗੇ। ਹੁਣ ਤੁਹਾਡੀ ਫਸਟ ਐਗਜ਼ਾਮਪਲ ਹੈ ਜਿਸ ਦੇ ਵਿੱਚ ਐਗਜ਼ਾਮ ਕਰਨਾ ਨੇਚਰ ਆਫ ਦਾ ਓਰੀਜਨ। ਦੇਖੋ ਹੁਣ ਆਪਣੇ ਕੋਲ ਇੱਕ ਇਕੁਏਸ਼ਨ ਸੀ ਕਰਵ ਦੀ, ਇਕੁਏਟਿੰਗ ਟੂ 0 ਦਾ ਲੋਐਸਟ ਡਿਗਰੀ ਟਰਮ। ਸਭ ਤੋਂ ਲੋਐਸਟ ਟਰਮ ਕੀ ਹੈਗੀ, ਦੇਖੋ ਐਕਸ ਦੀ ਪਾਵਰ ਕਿੰਨੀ ਹੈ 4। ਠੀਕ ਹੈ, ਇੱਥੇ ਐਕਸ ਸਕੇਅਰ ਆ, ਐਕਸ ਦੀ ਪਾਵਰ 1 ਐਂਡ ਵਾਈ, ਇੱਥੇ ਐਕਸ ਦੀ ਪਾਵਰ ਇਸ ਅਕੋਰਡਿੰਗ 0 ਆ, ਮੀਨਸ ਇਹ ਸਭ ਤੋਂ ਲੋਐਸਟ ਟਰਮ ਆ। ਇਸ ਨੂੰ ਆਪਾਂ ਨੇ 0 ਦੇ ਇਕੁਅਲ ਰੱਖਿਆ
दैन वाई की वैल्यू कितनी आ गई 0 0 2 पॉइंट आ गए। देयर आर 2 पॉइंट ने रियल ने सेम मतलब कॉन्स्टेंट टेंजेंट्स ने ओरिजन के उपर ने दैन ओरिजन में आप की कहांगे जो सेम पॉइंट होंगे ने रियल ते दैन उसनों आप कस्प कहने या कंजूगेट पॉइंट कहने हैं। नैक्सट मैथड के अकॉर्डिंग अपने फाइंड करना सीगा पोजीशन एंड नेचर। अपने पोजीशन एंड नेचर फाइंड करना। देखो अपने कोई अपना एफ एक्स कॉमा वाई फंक्शन आ, ठीक है। इसका एक्स रिस्पैक्ट डेरीवेटिव किया, एक्स रिस्पैक्ट डेरीवेटिव एक्स क्यूब का कितना आएगा 3x²। वाई वाला कॉन्स्टेंट है इसलिए 0 हो गया। इसका आ जाएगा 14x + 15। इस अकॉर्डिंग ही वाई रिस्पैक्ट डेरीवेटिव किया। इस दोनों को अपने 0 की इक्वेट रखा। दैन हम देखो अपने को 3x² - 14x + 15 = 0। तो हम अपने को देखो अगर 3 कॉमन निकाल लिए अपने को x² माइनस नहीं 3 कॉमन आएगा। अपने को 3 ਨੂੰ 15 ਨਾਲ मल्टीप्लाई किया कितना आ गया 45। मीनस अपने को मल्टीप्लाई करके 45 आवे एंड प्लस माइनस करके अपने को 14 आवे। इस अकॉर्डिंग फैक्टर बनाने सीगे, ठीक है। तो इस अकॉर्डिंग अपने x - 3 3x - 5 = 0 अपने फैक्टर बन गए। दैन x की वैल्यू 3 एंड 5/3 आ गई। सैकेंड अपने को वाई रिस्पैक्ट डेरीवेटिव किया जो उसनों 0 की इक्वेल रखा। दैन अपने को वाई की वैल्यू 2 आ गई। इट मीनस अपने 3 2 एंड 5/3 2 पॉइंट्स अपने पॉसीबल पॉइंट्स ने। इस पॉइंट के उपर अपने को जो फंक्शन के वैल्यू पुट करोगे तो 0 नहीं आ रहा है, इसलिए यह पॉइंट अपना रिजैक्ट हो गया। ओनली रह गया अपने को 3 2 पॉइंट। इस तो बाद अपने इस पॉइंट के उपर असी ने डी की वैल्यू वाला फॉर्मूला लगाना है, ठीक है। उस दे विच वैल्यू पुट करके देख लेना अगर वो पॉइंट अपने को उसके अकॉर्डिंग है नेचर ऑफ द पॉइंट ये डबल पॉइंट। तो अगर इस तो बाद अपने ये देखना भी ये ओरिजन तो पॉइंट जिदा ये अपना 1 2 पॉइंट आ ग्राफ के इत्थे जाके यह पॉइंट अपना 3 4 होया। तो 1 दे विच अपने को कितना ऐड होया 3 2 ऐड होया एंड 2 दे विच भी 2 ऐड होया। इस पॉइंट तो लैके इस पॉइंट तक ये पोजीशन चेंज हुई है लैट की। उस अकॉर्डिंग ही अपने ओरिजन तो 3 2 पॉइंट गया मतलब अपनी पॉइंट शिफ्ट होएगा। दैन एक्स पॉइंट की होएगा उस एक्स दे विच 3 ऐड हो रहा एंड वाई दे विच भी 2 ऐड हो लैट करके चलिया भी ओरिजन तो शिफ्ट होया। ओरिजन दैन अपना 0 0 है 0 तो 3 2 है इसलिए अपने प्लस किया गा। दैन उस तो बाद अपने को जो फंक्शन सीगा x³ y² वाला उस दे विच अपने पूरे दे विच एक्स वाई वाले इस वैल्यूज़ नूं पुट किया तो अपने को यह इक्वेशन बन गई। सारे सॉल्व करोगे विच कैंसलाइजेशन हो जाएंगे। इक्वेटिंग टू 0 द लोएस्ट डिग्री टर्म मीनस आप इसनूं हुण आपां 0 के इक्वल रख लाँगे। दैन y = 0 रखा। दैन 2x² - y²। इत्थे अपने को x की स्केयर लोएस्ट डिग्री टर्म स्केयर सी इसलिए अपने को = 0। दैन y की वैल्यू दिस आ गई। दोनों वैल्यूज़ की ने रियल ने डिस्टिंक्ट आ रही ने इसलिए यह नोड या कस्प है इस अकॉर्डिंग कर लिया। तो 3 2 पॉइंट की नोड आया। एक सैकेंड मैथड है इसका अगर वो ईजी लगे तो उस अकॉर्डिंग कर लो। इत्थे तक अपने को इस मैथड के सेम है 3 2 पॉइंट आ गया। इस तो बाद जिदा वो मैथड्स अपने क्या सीगा डी के इक्वल रखना अपने को फॉर्मूला गा तो उस अकॉर्डिंग ही अपने इस फॉर्मूला ये डी के इक्वल होंदा है। डी के अकॉर्डिंग इस वैल्यू के पुट किया फंक्शन में तो यह ग्रेटर दैन 0 आ गया। ये अगर ग्रेटर दैन 0 है तो इसमें आप कहने होंगे ये नोड है। इस अकॉर्डिंग भी कर सकते हैं। नैक्सट 6th एग्जाम्पल हैगी जिस भी अपने पोजीशन एंड नेचर फाइंड करना। उस अकॉर्डिंग एक फंक्शन अपने = 0 रखा। दैन अपने को फस्ट इसका एक्स रिस्पैक्ट डेरीवेटिव है इस वाले का ही होएगा ओनली वाई रिस्पैक्ट डेरीवेटिव दिस। इसके उपर अपने को फस्ट फंक्शन एंड सैकेंड फंक्शन प्रोडक्ट रूल लगेगा डेरीवेटिव अकॉर्डिंग। दैन अपने को डबल पॉइंट = 0 रखने तो बाद अपने को एक्स की वैल्यू 2 आई है एंड वाई की वैल्यू 1 3 इसलिए अपने को 2 1 2 × 1/3 पॉइंट्स आ गए। इस पॉइंट के उपर आप अगर फंक्शन के वैल्यू पुट करा नॉट इक्वल टू 0 आ रहा इसलिए यह अपना पॉइंट कैंसल हो गया। ओनली 2 1 पॉइंट रह गया। इस तो बाद अपने डबल डेरीवेटिव विद रिस्पैक्ट टू एक्स तीनों डेरीवेटिव फाइंड किए। इस तो बाद डी वाला फॉर्मूला लगाया तो बाद ग्रेटर दैन 0 आ गया इसलिए यह की है नोड पॉइंट आ गया।